ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਅੰਜਨ ਗੁਰੂ ਦੀਆ ਅਗਿਆਨ ਅੰਧੇਰ ਵਿਨਾਸ਼ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰਨਾਥ ਜੁਗਲ ਚਰਨ ਮੰਦਨ ਧਰ ਪਰ ਧਰ ਕਰਵਾਤ ਸ੍ਰੀ ਨਾਨਕ ਸੁਖ ਸਿੰਧੁ ਹੱਥ ਜੋੜ ਪ੍ਰਣਾਮ ਜਿਸ ਕਰਣਾ ਤੇ ਵਡਿਆਗੀ ਪਾਵਹਿ ਗਤ ਵਿਸਰਾਮ ਜਿਸ ਕਰਣਾ ਤੇ ਵਡਿਆਗੀ ਪਾਵਹਿ ਗਤ ਵਿਸਰਾਮ। ਸ਼ਤਰ ਚਵਤ ਦੇ ਮਾਲਕ ਦਸਵੇਂ ਪਾਤਸ਼ਾਹ ਕੇ ਸਰੂਪ ਹਾਜ਼ਰਾ ਹਜ਼ੂਰ ਯਾਹਰਾ ਯਹੂਰ ਜੁਗੋ ਯੁਗ ਅਟਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਸੁਭਾਏਮਾਨ ਗੁਰੂ ਰੂਪ ਗੁਰੂ ਸਰੂਪ ਸਤ ਸੰਗੀ ਜਨ ਭਾਈ ਫਤਿਹ ਅਰਜ ਹੈ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਤ ਸੰਗੀ ਜਨੋ ਵਡਭਾਗੇ ਹੋ ਧੰਨ ਆਦੇ ਜੋਗ ਹੋ ਜੋ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਮਾਨਯੋਗ ਸਤ ਸੰਗੀ ਜਨੋ ਕਿਤਨੇ ਸਮੇਂ ਤੋਂ ਜੋ ਕਿ ਰਾਗ ਮਾਝ ਦੀ ਵਾਰ ਦਾ ਲੜੀਵਾਰ ਵਿਚਾਰ ਆਰੰਭ ਹੈ। ਲੜੀ ਮੁਤਾਬਕ ਅੱਜ ਰਾਗ ਮਾਝ ਦੀ 7ਵੀਂ ਪੌੜੀ ਦਾ ਵਿਚਾਰ ਆਰੰਭ ਹੈ। 7ਵੀਂ ਪੌੜੀ ਦੇ ਅੰਦਰ ਜਗਤ ਗੁਰੂ ਬਾਬਾ ਜੀ ਕੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਪ ਸਰਵਣ ਕਰੋ ਜੀ। ਸਲੋਕ ਮਹਲਾ ਪਹਿਲਾ। ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ। ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ। ਗੁਰੂ ਰੂਪ ਗੁਰੂ ਸਰੂਪ ਸਤ ਸੰਗੀ ਜਨੋ ਜਗਤ ਗੁਰੂ ਬਾਬਾ ਜਿਸ ਵਕਤ ਦੇਸ਼ਾਂ ਦਿਸ਼ਾਂਤਰਾਂ ਦਾ ਰਟਨ ਕਰਦੇ ਜਗਤ ਗੁਰੂ ਬਾਬਾ ਦੂਰ ਦਰਾਡੇ ਉਪਦੇਸ਼ ਦੇਣ ਵਾਸਤੇ ਅਰਬ ਕੰਟਰੀਆਂ ਤੱਕ ਮੱਕੇ ਤੱਕ ਵੀ ਪਹੁੰਚੇ। ਹਿਸਟਰੀ ਦੱਸਦੀ ਜਗਤ ਗੁਰੂ ਬਾਬਾ ਅਰਬ ਕੰਟਰੀਆਂ 'ਚ ਵੀ ਗਏ, ਰਸ਼ੀਆ ਦੇ ਵਿੱਚ ਵੀ ਗਏ, ਫਿਰ ਜਗਤ ਗੁਰੂ ਬਾਬਾ ਅਫਰੀਕਾ ਦੇ ਵਿੱਚ ਵੀ ਗਏ।
मैं अफ्रीका दे विच 2 वारी जाया। उत्थे एक जगह है जिथे जगत गुरु बाबा जी दे नाम ते एक चश्मा हैगा। वो चश्मा उत्थे दे लोग जिहड़े ने उन्हां लोगां दे कब्जे दे विच है। वो उसनूं पवित्र जल समझ के उस चश्मे तो घरां नूं कैनियां च बाटलां च पा के लैके जाते ने। ते एक मैं उत्थे देखिया गुरुद्वारा साहिब, जदों अफ्रीका दी नैरोबी जिहड़ी है एक कैपीटल है, नैरोबी तो मवासा शहर नूं जावो 22 रोड 8-10 घंटे का रस्ता है। तो रस्ते दे विच एक गुरुद्वारा साहिब मकंडो साहब बनिया होया है, जिसनूं मकंडू साहब कहिंदे ने। उत्थे उन्हां दा मनना भी गुरु गोबिंद सिंह साहिब महाराज आए। मैं बहुती इस दे विस्तार विच नहीं जावांगा। मैं दर्शन भी कीते, उत्थे लंगर भी छकिया, कड़ाह प्रसाद भी लिया। क्यों मैं मवासे जा रहे सन गड्डी टैक्सी दे विच, ते हर एक हाईवे दे उत्ते गुरुद्वारा साहिब हर एक इंसान, बसां भी उत्थे रोक के जांदियां ने। ਜਿਹੜਾ भी इंसान रुक के जाता है गुरुद्वारा साहब लंगर कड़ाह प्रसाद 24 घंटे मिलता है। ते अफ्रीकन लोग ਉਹੀ उत्थे सारा प्रबंध करते ने। ਕਹਿੰਦੇ ने भी बहुत समा पहला जदों अंग्रेज दे अधीन सी ते उत्थे ट्रेन दीयां लाइनां विछाउण वास्ते इंडिया दे विचों पंजाब दे विचों सिख लोग भी गए ते उन्हां दे नाल गुरु ग्रंथ साहिब भी लैके गए। मैं फिर दोबारा गल करां भी समा ज़्यादा लग जाएगा ते समा इजाजत नहीं दिंदा। मैं जो सुनिया उत्थे कहंदे भी वो लैन विछाउंदे सी, गोरियां दे कोल नौकरी कर रहे सी। जंगल दे विच वो गुरुद्वारा साहिब है, आले दुआले वसों नहीं है। ਕਹਿੰਦੇ ਜਿਹੜਾ ਮਿਸਤਰੀ ਸੀ ਉਹ ਰੋਜ਼ਾਨਾ ਹੀ ਸਵੇਰੇ ਪ੍ਰਕਾਸ਼ ਕਰਦਾ ਸੀ, ਸ਼ਾਮ ਨੂੰ ਸੁਖਾਸਨ ਕਰਦਾ ਸੀ। ਇੱਕ ਦਿਨ ਉਹ ਜੰਗਲ ਦੇ ਵਿੱਚ ਲੈਣ ਦਾ ਸਰਵੇ ਕਰਦੇ ਬਹੁਤ ਦੂਰ ਨਿਕਲ ਗਏ। ਸ਼ਾਮਾਂ ਪੈ ਗਈਆਂ, ਵਾਪਸ ਨਹੀਂ ਉਹਨਾਂ ਕੋਲੋਂ ਆ ਹੋਇਆ। ਉੱਥੇ ਜਿੱਥੇ ਗਏ ਉੱਥੇ ਉਹਨਾਂ ਨੇ ਕਿਹਾ ਵਾਪਸ ਜਾਓਗੇ, ਜੰਗਲੀ ਇਲਾਕਾ ਹੈ, ਖਤਰਨਾਕ ਜਾਨਵਰ ਮਿਲ ਜਾਂਦੇ ਨੇ, ਤੁਸੀਂ ਵਾਪਸ ਨਾ ਜਾਓ। ਤੇ ਜਿਸ ਵੇਲੇ ਦੂਸਰੇ ਦਿਨ ਆ ਕੇ ਵੇਖਿਆ ਤੇ ਜਿਹੜਾ ਉਹਨਾਂ ਦੇ ਡੇਰੇ ਵਿੱਚ ਸੇਵਾ ਕਰਨ ਵਾਸਤੇ ਉੱਥੇ ਦਾ ਹੀ ਬੰਦਾ ਰਹਿੰਦਾ ਸੀ, ਉਹਨੂੰ ਪੁੱਛਿਆ ਆ ਕੇ ਵੀ ਸੁਖਾਸਨ ਕਿਹਨੇ ਕੀਤਾ ਤੇ ਕਹਿੰਦੇ ਉਹ ਦੱਸਣ ਲੱਗਾ ਵੀ ਇੱਥੇ ਇੱਕ ਘੋੜੇ ਦੇ ਉੱਤੇ ਆਏ, ਉਹਨੇ ਬੜਾ ਸ਼ਾਹੀ ਲਿਬਾਸ ਪਹਿਨਿਆ ਹੋਇਆ ਸੀ ਤੇ ਉਸਨੇ ਆ ਕੇ ਕੀਤਾ सारी सेवा। ते कहन लगे वो मिस्त्री ने गुरु गोबिंद सिंह साहब महाराज जी की तस्वीर विखाई। वो कहन लगा बस यही सी। ते उत्थे उदों तो मन्निया जान लगा भी गुरु साहब इत्थे आए ते उत्थे गुरुद्वारा साहब उसारिया गया, उन्होंने लोगों ने उसारिया। ते जगत गुरु बाबा जी भी अफ्रीका दे विच गए, बड़ी बड़ी दूर दराडे गए, जिथे जिथे लोग मिलते रहे, जिस तरह के लोग मिलते रहे उस तरह के लोगों के नाल जगत गुरु बाबा जी की ज्ञान चर्चा होंदी रही। ये शब्द जिहड़ा है ये किसी काजी मुसलमान मौलवी काजी मुसलमान वीर भरा दे नाल ये ज्ञान चर्चा इस शब्द द्वारा हुई है। ते जगत गुरु बाबा जी दे नाल ज्ञान चर्चा दे विच उन्हां ने ये दर्शाया उस
ਪ੍ਰੇਮੀ ਪਿਆਰੇ ਨੂੰ ਭਈ ਗੁਰਮੁਖਾ, ਭਈ ਜੇ ਤੂੰ ਸੱਚਾ ਮੁਸਲਮਾਨ ਬਣਨਾ ਨਾ ਤੇ ਫਿਰ ਤੂੰ ਇਸ ਤਰ੍ਹਾਂ ਦਾ ਜੀਵਨ ਤੇਰਾ ਹੋਣਾ ਚਾਹੀਦਾ। ਸੱਚੇ ਮੁਸਲਮਾਨ ਵਾਸਤੇ ਆਹ ਕੰਮ ਹੋਣੇ ਚਾਹੀਦੇ ਨੇ। ਤੇ ਜਗਤ ਗੁਰੂ ਬਾਬਾ ਜੀ ਸੱਚੇ ਮੁਸਲਮਾਨ ਦੇ ਜੀਵਨ ਬਾਬਤ ਦੱਸਦੇ ਨੇ। ਕੀ ਕਹਿੰਦੇ ਨੇ? ਸ਼ਲੋਕ ਮਹੱਲਾ ਪਹਿਲਾ, ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ। ਸ਼ਲੋਕ ਮਹੱਲਾ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਇਹ ਸ਼ਲੋਕ ਉਚਾਰਨ ਕੀਤਾ ਹੋਇਆ ਹੈ। ਮਿਹਰ ਮਸੀਤ ਸਿਦਕ ਮੁਸੱਲਾ। ਮਿਹਰ, ਮਿਹਰ ਤੋਂ ਭਾਵ ਕਿਰਪਾ, ਤਰਸ, ਦਇਆ। ਐ ਕਾਜੀ ਸਾਹਿਬ, ਮੌਲਵੀ ਸਾਹਿਬ, ਜਿਹੜਾ ਤੁਸੀਂ ਇਹ ਇੱਟਾਂ ਗਾਰੇ ਦੀ ਬਣਾਈ ਹੋਈ ਮਸੀਤ ਹੈ ਨਾ, ਇਹ ਜਿਹੜੇ ਸ਼ਬਦ ਨੇ ਨਾ ਜਗਤ ਗੁਰੂ ਬਾਬਾ ਜੀ ਦੇ, ਇਹ ਕੇਵਲ ਤੇ ਕੇਵਲ ਇੱਕ ਮੌਲਵੀ ਜਾਂ ਕਾਜੀ ਉੱਤੇ ਢੁੱਕਦੇ ਨਹੀਂ। ਇਹ ਧਾਰਮਿਕ ਇਨਸਾਨ ਕਿਸੇ ਮਜ਼ਹਬ ਦਾ ਵੀ ਹੋਵੇ ਉਸ ਦੇ ਉੱਤੇ ਇਹ ਲਾਗੂ ਹੁੰਦੇ ਨੇ। ਜੇ ਸਿੱਖ ਕਹਿਣ ਵੀ ਇਹ ਮੌਲਵੀ ਨਾਲ ਗੱਲ ਕੀਤੀ ਹੈ, ਗੱਲ ਤੇ ਜ਼ਰੂਰ ਮੌਲਵੀ ਨਾਲ ਕੀਤੀ ਹੈ, ਕਿਉਂਕਿ ਜਗਤ ਗੁਰੂ ਬਾਬਾ ਜੀ ਜਿਸ ਨੂੰ ਸਾਹਮਣੇ ਦੇਖਿਆ ਉਸ ਦੇ ਮੁਤਾਬਕ ਉਹਨਾਂ ਨੇ ਉਪਦੇਸ਼ ਦਿੱਤਾ। ਹੁਣ ਇੰਡੀਆ ਦੇ ਵਿੱਚ ਜਿਵੇਂ ਕਿ ਮੰਨ ਲਓ 6 ਰੁੱਤਾਂ ਨੇ, 12 ਮਹੀਨੇ ਨੇ ਸਾਲ ਦੇ ਅੰਦਰ, 2-2 ਮਹੀਨੇ ਬਾਅਦ ਰੁੱਤ ਬਦਲ ਜਾਂਦੀ ਹੈ। ਰੁੱਤ ਬਦਲ ਜਾਂਦੀ ਹੈ ਤੇ ਵੈਦਰ ਵੀ ਬਦਲ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਦਲੀ ਹੋਈ ਰੁੱਤ ਨੂੰ ਵੀ ਵੇਖ ਕੇ ਸਾਨੂੰ ਗਿਆਨ ਦੇ ਦਿੱਤਾ ਹੈ। ਜਿਵੇਂ ਕਿ ਸਾਵਣ ਦਾ ਮਹੀਨਾ ਆਇਆ, ਭਾਦਰੋਂ ਦਾ ਮਹੀਨਾ ਆਇਆ, ਸਾਵਣ ਦੇ ਅੰਦਰ ਬਾਰਿਸ਼ਾਂ ਪੈਂਦੀਆਂ ਨੇ, 4 ਚੁਫੇਰੇ ਹਰਿਆਵਲ ਹੋ ਜਾਂਦੀ ਹੈ। ਤੋ ਸਤਿਗੁਰੂ ਕਹਿੰਦੇ ਨੇ ਜਿਸ ਵੇਲੇ ਸਾਵਣ ਆਉਂਦਾ ਪਹਿਲਾਂ ਇਹਦੇ ਤੋਂ ਜੇਠ ਹਾੜ ਮਹੀਨੇ ਆਉਂਦੇ ਨੇ। ਜੇਠ ਹਾੜ ਮਹੀਨੇ ਵਿੱਚ ਤਪਸ਼ ਬੜੀ ਪੈਂਦੀ ਹੈ। ਤਪਸ਼ ਦੇ ਨਾਲ ਸਾਰਾ ਵਾਤਾਵਰਨ ਜਿਹੜਾ ਹੈ ਬਨਾਸਪਤੀ ਸੁੱਕ ਜਾਂਦੀ ਹੈ, ਖੂਹ ਟੋਭੇ ਸਭ ਸੁੱਕ ਜਾਂਦੇ ਨੇ, ਹਰਿਆਵਲ ਖਤਮ ਹੋ ਜਾਂਦੀ ਹੈ। ਜਿਸ ਵੇਲੇ ਸਾਵਣ ਦਾ ਮਹੀਨਾ ਆਉਂਦਾ, ਬਾਰਿਸ਼ ਪੈਂਦੀ ਹੈ ਤੇ 4 ਚੁਫੇਰੇ ਜਲ ਥਲ ਹੋ ਜਾਂਦਾ ਹੈ। ਜਿਤਨੀ ਬਨਾਸਪਤੀ ਹਰੀ ਭਰੀ ਹੋ ਜਾਂਦੀ ਹੈ, ਜਿਤਨੇ ਮਨੁੱਖ ਨੇ, ਉਹ ਜੀਵ ਜੰਤੂ ਨੇ, ਤਪਸ਼ ਕੋਲੋਂ ਉਹਨਾਂ ਨੂੰ ਰਾਹਤ ਮਿਲਦੀ ਤੇ ਸੁਖੀ ਹੋ ਜਾਂਦੇ ਨੇ। ਤੇ ਗੁਰੂ ਸਾਹਿਬ ਜੀ ਵੇਖ ਕੇ ਕੀ ਕਹਿੰਦੇ ਨੇ? ਮੀਂਹ ਪਾਇਆ ਪਰਮੇਸ਼ਵਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਸਾਵਣ ਆਇਆ ਹੇ ਸਖੀ, ਜਲ ਹਰ ਬਰਸਣਹਾਰ। ਸਾਵਣ ਦੇ ਮਹੀਨੇ ਨੂੰ ਵੇਖ ਕੇ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ। ਫਿਰ ਭਾਦਰੋਂ ਦਾ ਮਹੀਨਾ ਆ ਜਾਂਦਾ ਹੈ। ਭਾਦਰੋਂ ਦੇ ਮਹੀਨੇ ਨੂੰ ਵੇਖ ਕੇ ਵੀ ਸਤਿਗੁਰੂ ਜੀ ਪਾਵਨ ਪਵਿੱਤਰ ਉਪਦੇਸ਼ ਦਿੰਦੇ। ਭਾਦੋਏ ਭਰਮ ਭੁਲਾਣੀਆਂ। ਭਾਦੋ ਦੇ ਮਹੀਨੇ ਵਿੱਚ ਇੱਕ ਭਰਮ ਜਿਹਾ ਬਣਿਆ ਰਹਿੰਦਾ ਇਨਸਾਨ ਨੂੰ ਵੀ ਹੁਣੇ ਬਾਰਿਸ਼ ਆਈ ਕਿ ਆਈ। ਕਈ ਵਾਰੀ ਬੱਦਲ ਚੜ੍ਹ ਕੇ ਕਾਲਾ ਕੋਲਾ ਆਉਂਦਾ, ਲੰਘ ਜਾਂਦਾ, ਮਿੰਟਾਂ ਸਕਿੰਟਾਂ ਵਿੱਚ ਬੱਦਲ ਆ ਜਾਂਦਾ, ਮਿੰਟਾਂ ਸਕਿੰਟਾਂ ਵਿੱਚ ਧੁੱਪ ਨਿਕਲ ਆਉਂਦੀ ਹੈ। ਦੁਬਦਾ ਜਿਹਾ ਵਾਲਾ ਵਾਤਾਵਰਨ ਬਣਿਆ ਰਹਿੰਦਾ ਹੈ। ਤੇ ਸਤਿਗੁਰੂ ਜੀ ਨੇ ਭਾਦੋਂ ਦੇ ਮਹੀਨੇ ਨੂੰ ਵੇਖ ਕੇ ਭਾਦੋਂ ਨੂੰ ਦੁਆਰਾ ਸਾਨੂੰ ਗਿਆਨ ਦੇ ਦਿੱਤਾ, ਗੱਲ ਕਰ ਲਈ। ਸੋ ਜਿੱਥੇ ਜਿੱਥੇ ਗਏ, ਜਿਸ ਤਰ੍ਹਾਂ ਦਾ ਵਾਤਾਵਰਨ ਵੇਖਿਆ, ਉਸ ਵਾਤਾਵਰਨ ਜਾਂ ਕੋਈ ਚੀਜ਼ ਸਾਹਮਣੇ ਆਈ, ਕੋਈ ਪੰਛੀ ਆ ਗਿਆ, ਉਸ ਨੂੰ ਵੇਖਿਆ ਤੇ ਪੰਛੀ ਦਾ ਸਤਿਗੁਰੂ ਜੀ ਨੇ ਪ੍ਰਮਾਣ ਲੈ ਲਿਆ, ਉਹਦਾ ਉਜੰਪਲ ਲੈ ਲਈ। ਕੋਈ ਹੋਰ ਜੀਵ ਜੰਤੂ ਆਇਆ, ਕੋਈ ਦਰਖਤ ਆਇਆ, ਕੋਈ ਹੋਰ
चीज़ां कोई भी सामने आई, सतगुरु जी ने उस दी उजंपल लैके ते इस मनुख नूं समझाउणा कीता। ते सतगुरु जी हुण किसे इस अरब कंट्री दे विच आए ने ते किसे मुसलमान काजी वीर भरा दे नाल ज्ञान चर्चा हो रही है। ते सतगुरु जी की कह रहे ने, सतगुरु कहंदे ने मेहर मसीत ऐ काजी साहिब, ऐ मेरे मुसलमान भरा, मेहर दी मसीत बना, तेरे अंदर मेहर होवे, तरस होवे, दया होवे, इस नूं तू मस्जिद समझ, असलीयत मस्जिद। ਇਹ ਹੁਣ ਸ਼ਬਦ ਜਿਹੜੇ ਨੇ ਇਹ ਹਰ ਇੱਕ ਤੇ ਲੱਗਦੇ ਨੇ। ਜੇ ਕਵੇ ਕੋਈ ਮੁਸਲਮਾਨ ਵੀਰਾਂ ਕਾਜ਼ੀਆਂ ਮੌਲਵੀਆਂ ਤੇ ਲੱਗਦੇ ਨੇ, ਨਹੀਂ, ਇਹ ਸਾਡੇ ਗਿਆਨੀਆਂ ਗ੍ਰੰਥੀਆਂ ਤੇ ਵੀ ਢੁੱਕਦੇ ਨੇ। ਹਿੰਦੂ ਧਰਮ ਦੇ ਪੰਡਤਾਂ ਆਦਿਕ ਉਹਨਾਂ ਧਾਰਮਿਕ ਆਗੂਆਂ ਤੇ ਵੀ ਢੁੱਕਦੇ ਨੇ। ਇਹ ਤੇ ਧਾਰਮਿਕ ਆਗੂ ਕੋਈ ਵੀ ਹੈ, क्योंकि प्रथाए साखी महापुरख बोल दे सांझी सगल जहाने। जो महापुरुष बोलते ने उन्हां दी बाणी, उन्हां दे बचन समुचे ब्रह्मंड दे लोकां वास्ते हुंदे ने, किसी एक फिरके दे इंसान वास्ते नहीं हुंदे। तो सतगुरु जी हुण मुसलमान वीर नूं सामने उजंपल दिंदे ने, कहंदे ने तेरे जीवन दे अंदर मस्जिद मेहर किरपा, ताकि तू तेरे दिल विच किरपा वाला सुभाव, मेहर वाला, दया वाला, तरस वाला सुभाव, ये तेरे वास्ते असलियत मस्जिद है। मेहर मसीत सिदक मुसल्ला। मुसल्ला कहंदे ने जिस वेले मुसलमान वीर नमाज पढ़ते ने ते उन्होंने कोल अपने एक चटाई जी रखी हुंदी है, वो धरती दे उत्ते विछा लैंदे ने, उस दे उत्ते बैठ के फिर नमाज पढ़ते ने, उसनूं मुसल्ला कहंदे ने। मेहर मसीत सिदक मुसल्ला, सिदक रसना, भरोसा रखना अल्लाह ताला खुदा दे उत्ते, उस दे उत्ते यकीन रखना, विश्वास रखना। मेहर दी तेरे मसीत होनी चाहिए है, ते विश्वास सिदक दा, भरोसे दा मुसल्ला होना चाहिए। हक हलाल कुरान, तू कुरान पढ़दा है, तेरा कुरान केड़ा होना चाहिए? हक हलाल। जेड़ी तू हक दी कमाई, हलाल दी कमाई करदा है, हलाल दी कमाई घर लियाउणा, भाव 2 नंबर का पैसा नहीं। ये सारे धर्मां दे, सारे मजहबां दे लोगां उत्ते लागू हुंदा है। केवल ते केवल एक मुसलमान नूं ते सामने आया ते उसनूं एग्जाम्पल दे दित्ती, पर यह शब्द जिहड़ा है ये हर एक इंसान नूं लागू हुंदा है। किसनूं इजाजत है भी तू हराम दा पैसा खा, 2 नंबर दा पैसा खा? किहड़े मजहब दे विच इह इजाजत दिंदे ने? किसी मजहब च नहीं इजाजत। सब नूं हुक्म है भाई, दसां नौ जगत गुरु बाबा जी दा ते उपदेश ही सी भी 10 नौआं दी धर्म दी किरत करनी, नाम जपना ते वंड के छकना। 10 नौआं दी धर्म दी किरत तो भाव हक दी कमाई करनी। ते जगत गुरु बाबा जी हक दी कमाई नूं हलाल दी कमाई कहंदे ने। ते जे हुण किसी दा हक मार के लियांदा, 2 नंबर दा पैसा लियांदा, इस नूं किसी धर्म दे विच भी नहीं कबूलिया जांदा, प्रमाण कीता जांदा। ते सतगुरु कहंदे तेरी मेहर दी होनी चाहिदी मस्जिद, भरोसे दा मुसल्ला, ते हलाल दी कमाई दा कुरान। भाव तेरे अंदर ये गुण होने चाहिए ने, तू सदा ही दया वाले सुभाव का होना चाहिए। तेरे अंदर किरपा वाला, दया वाला, तरस वाला सुभाव होना चाहिए। सदा तू परमेश्वर दे उत्ते यकीन रखें, भरोसा रखें, विश्वास रखें।
तेरा ये सुभाव होना चाहिए। तेरे सुभाव के अंदर होवे भी मैं हक की कमाई खानी है, पराया हक नहीं खाना। ये तेरे जीवन के अंदर बिल्कुल लागू होवे। तो अगली पंक्ति के अंदर हजूर पातशाह जी कहते ने, सारन सुन्नत सील रोजा हो मुसलमान। शर्म सुन्नत, हुण मुसलमान भरा जिहड़े ने ਉਹ ਸੁन्नत कराउंदे ने ते जगत गुरु बाबा जी कहंदे ने तेरी सुन्नत की होनी चाहिदी है। विषे विकारां बुरे कर्मां वल्लों शर्म मननी। विषे विकार भैड़े कर्म नहीं करने, उन्हां वल्लों शर्म मननी, संकोच करनी। जीवन दे विच तू कोई बुरा कर्म ना करे, कोई गलत काम ना करे। ये तेरे अंदर सुन्नत का गुण ये होना चाहिए। जे कोई हुण इंसान मस्जिद दे विच जांदा है, नमाज पढ़दा है, फिर काम करदा है, जां फिर सुन्नत करवाई हुई है ते काम सारे गलत करदा है, अंदर दया है नहीं, अल्लाह ताला खुदा दे उत्ते विश्वास यकीन है नहीं, हक दी नहीं खांदा, पराया हक भी हड़प करी जांदा है। सुन्नत कीती है, विषे विकारां दे अंदर पराए घर वल तकदा है, सुन्नत भी है, सब कुछ है। ऐसा मुसलमान अल्लाह ताला खुदा दे दर उत्ते प्रवान नहीं हुंदा। प्रवान वो है, हजूर बाबा कहते शर्म सुन्नत। तेरी सुन्नत, तेरे अंदर सुन्नत गुण ये होना चाहिए, विषय विकारा तो तू शर्म मन्ने, संकोच करे। सील रोजा, मुसलमान भरा रोजे रखते ने, सील रखना, तेरा स्वभाव ठंडा होना चाहिए, शीतल होना चाहिए, धीरज वाला होना चाहिए, हौसले वाला होना चाहिए। तेरे अंदर धीरज होवे, हौसला होवे, ठंडा सुभाव होवे। ये ना होवे तू मिनट के अंदर अग बबूला हो जाए, फिर तेरे अंदर क्रोध मस्या पिया ते तेरा जीवन किथे सफल हो जाना। ते हजूर बाबा जी कहंदे ने जेड़ा तू रोजा रखदा है, मन नू सील रखना, ठंडा रखना, हिरदा तेरा यकीन वाला होवे, ठंडा होवे, तेरे अंदर क्रोध ना आवे। सील रोजा हो मुसलमान। ये गल्लां करके तू इस तरह मुसलमान बन सकदा है। मेहर दी मसीत, सिदक दा मुसल्ला, हलाल दा कुरान ते सुन्नत, शर्म दी विषे विकारां नो शर्म करनी ते रोजा मन नू शीतलता दे नाल, ठंडक दे नाल, शांति दे नाल जोड़ के रखना। इस तरह का मुसलमान अल्लाह ताला खुदा दी दरगाह दे अंदर प्रवान है। अगे हजूर बाबा जी की कहंदे ने, करनी काबा सच पीर कलमा करम निवाज। काबा, हुण मुसलमान वीर मक्के जांदे ने, वो जिस जगह का जाके दर्शन करते हैं उन्होंने काबा कहा जाता है। जिथे अंदर ये जाके हज के टाइम दर्शन करते हैं, वो जिहड़ी इमारत है उसनूं काबा कहा जाता है। तो जगत गुरु बाबा जी कहते ने, करनी काबा, तेरा जिहड़ा उच्चा सुच्चा आचरण है ना, उच्चा सुच्चा जीवन है, तेरे वास्ते काबा होना चाहिए। करनी काबा, उच्चा सुच्चा आचरण जीवन, सच पीर, पीर तेरा की सच होना चाहिए, सच दे नाल तेरा जीवन जुड़िया होना चाहिए। वैसे तो सच ही परमेश्वर है, क्योंकि परमेश्वर नूं सच कह सकते हैं, बाकी तो सब सृष्टि जिहड़ी है नासवंत है। जो नासवंत है ਉਹਨੂੰ ਝੂਠ ਕਿਹਾ ਜਾਂਦਾ, ਉਹਨੂੰ ਸੱਚ ਨਹੀਂ ਕਿਹਾ ਜਾਂਦਾ। ਪਰਮੇਸ਼ਵਰ ਸਦਾ ਹੀ ਅਟਲ ਰਹਿਣ ਵਾਲਾ,
सृष्टि रवे जहाँ ना रवे, जिमें असमान के विखे समास्त एक जोत है। न वाद है न घाट है, न वाद घाट होत है। वो परमेश्वर सदा एक रस रहने वाला, इस करके वो सच है। संसार जिहड़ा ये नासवंत है, झूठ है। तो हजूर बाबा जी कहते ने तेरे जीवन दे अंदर काबा सच होना चाहिए। तेरे जीवन दे अंदर करनी उच्चे सुच्चा जीवन काबा होना चाहिए। पीर जेड़ा वो सच होना चाहिए। तेरा कलमा जेड़ा तू कलमा पढ़दा है, कलमा तेरा होना चाहिए जो तू सच दे नाल जुड़िया, अच्छे शुभ आचरण दे नाल जुड़िया। तेरी निवाज तेरे शुभ कर्म होने चाहिए ने। तो जगत गुरु बाबा जी अगली पंक्ति च फरमाउंदे ने, तस्बी सातिस भाव से नानक रखै लाज। तस्बी जिहड़ी माला रखदे ने ना, मुसलमान वीर भी रखदे ने। तेरी माला किहड़ी होनी चाहिए? तस्बी जां तिस भाव सी, परमेश्वर दी रजा दे अंदर रहना, परमेश्वर दे हुक्म दे अंदर रहना, परमेश्वर दे भाणे दे अंदर रहना। ये असल तेरी तस्बी है। जदों तेरा इस तरह का जीवन बन जाएगा, नानक रखै लाज, अल्लाह ताला खुदा तेरी हर एक जगह लाज इज्जत पत रखेगा। तस्बी तेरी परमेश्वर दे भाणे नूं, हुक्म नूं, रजा नूं खिड़े मत्थे परवान कर लेना। तो अगले श्लोक दे अंदर जगत गुरु बाबा जी फरमाउंदे ने, महला पहला हक पराया नानका उस सुअर सुगाई। गुर पीर हमदा भरै जा मुरदार न खाई। जगत गुरु बाबा जी कहते हक पराया नानका उस सुअर उस गाए। पराया हक खाना मुसलमान वीर नूं सूर दे मास दी सुगंध है, कसम है। ते हिंदू नूं गांव दे मास दी कसम है। ते जगत गुरु बाबा जी कहंदे जे तू पराया हक खादा मुसलमान वीर ने ते सूर दा मास खा लिया। ते जे हिंदू ने पराया हक खादा ते गां दा मास खा लिया। अज ये झेड़ा बड़ा जोरां शोरां ते है। खाण पीण दे संबंध अंदर पराए हक दी कोई पहचान ही नहीं करता। जिन्ने लोग माया धारी बनते ने, मैं किसी का विरोध नहीं करता। असलीयत ही ये है कि 2 नंबर के पैसे दे नाल माया इकट्ठी हुंदी। कोई विरला होवेगा जिन्हें 1 नंबर के पैसे बनाए होणगे, नहीं तो 2 नंबर नाल ही माया पैसे इकट्ठे हुंदे ने। पापां बाझों होवे नाही मोया साथ ना जाई। ये माया विकारां तो पापां तो बगैर इकट्ठी नहीं हुंदी। हक पराया नानका उस सुअर उस गाए। मुसलमान वीर वास्ते पराया हक खाना सूर दा मास खाना है। हिंदू वीर वास्ते पराया हक खाना गां दा मास खाना है। मैं पहला कहा भी जिन्ने शब्द ने ये गुरु बाबे का उपदेश समुची मानवता वास्ते है, किसी एक फिरके वास्ते नहीं, एक रंग एक नस्ल दे एक मजहब के लोगों वास्ते नहीं, ये समुची मानवता वास्ते है। तो हजूर कहते हक पराया नानका सूर सुगाए। गुर पीर हामा तां भरै जां मुरदार न खाए। गुरु पीर तेरी हामी तां भरेगा, तेरी शादी तां भरेगा, तेनू अपना तां कवेगा जे तू पराए हक रूपी मुरदार मुर्दा ना खादा ते।
ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਜੇ ਤੂੰ ਪਰਾਏ ਹੱਕ ਰੂਪੀ ਮੁਰਦਾ ਖਾਧਾ ਤੇ ਗੁਰੂ ਪੀਰ ਨੇ ਵੀ ਤੇਰੀ ਬਾਂਹ ਨਹੀਂ ਫੜਨੀ, ਸ਼ਾਦੀ ਨਹੀਂ ਭਰਨੀ, ਤੇਰੀ ਗਵਾਹੀ ਨਹੀਂ ਦੇਣੀ। ਜੇ ਤੂੰ ਪਰਾਇਆ ਹੱਕ ਖਾਧਾ। ਤੇ ਜਗਤ ਗੁਰੂ ਬਾਬਾ ਜੀ ਅੱਗੇ ਕੀ ਕਹਿੰਦੇ ਨੇ? ਗੱਲੀ ਭਿਸਤ ਨ ਜਾਈਐ, ਛੁੱਟੈ ਸੱਚ ਕਮਾਏ। ਗੱਲਾਂ ਦੇ ਨਾਲ ਭਿਸਤ ਕਹਿੰਦੇ ਨੇ, ਆਪਾਂ ਸਵਰਗ ਕਹਿ ਦਿੰਦੇ, ਉਹ ਭਿਸਤ ਕਹਿ ਦਿੰਦੇ। ਅਰਬੀ ਫਾਰਸੀ ਦੇ ਲਫ਼ਜ਼ ਇਸ ਸ਼ਬਦ ਦੇ ਅੰਦਰ ਬਹੁਤ ਵਰਤੋਂ ਕੀਤੇ ਨੇ ਜਗਤ ਗੁਰੂ ਬਾਬਾ ਨੇ, ਬਹੁਤੇ ਜ਼ਿਆਦਾ ਅਰਬੀ ਫਾਰਸੀ ਦੇ ਸ਼ਬਦ ਨੇ। ਤੋ ਜਗਤ ਗੁਰੂ ਬਾਬਾ ਜੀ ਕਹਿ ਰਹੇ ਨੇ ਗੱਲੀ ਭਿਸਤ ਨਾ ਜਾਈਏ, ਗੱਲਾਂ ਦੇ ਨਾਲ ਸਵਰਗ ਨਹੀਂ ਜਾ ਸਕਦਾ ਤੂੰ। ਜਿੱਦਾਂ ਕਈ ਵਾਰੀ ਹਮ ਕਹਿੰਦੇ ਗੱਲਾਂ ਦਾ ਕੜਾਹ ਨਹੀਂ ਬਣਦਾ। ਗੱਲੀ ਭਿਸਤ ਨਾ ਜਾਈਏ, ਛੁੱਟੈ ਸੱਚ ਕਮਾਏ। ਜੇ ਤੂੰ ਸੱਚ ਕਮਾਵੇਂਗਾ ਤੇ ਤਾਂ ਤੂੰ ਸੰਸਾਰ ਦੀ ਗੁਲਾਮੀ ਵਿਕਾਰਾਂ ਤੋਂ ਛੁੱਟੇਗਾ, ਵਿਆਹ ਹੋਵੇਗਾ, ਤਾਂ ਤੂੰ ਭਵ ਸਾਗਰ ਨੂੰ ਪਾਰ ਕਰੇਗਾ। ਗੱਲਾਂ ਦੇ ਨਾਲ ਨਹੀਂ ਕੁਝ ਬਣਦਾ। ਸੱਚ ਨੂੰ ਕਮਾਉਣ ਦੇ ਨਾਲ, ਸੱਚ ਦੇ ਨਾਲ ਜੁੜਨ ਦੇ ਨਾਲ, ਜਿਹੜਾ ਇਨਸਾਨ ਸੱਚ ਨਾਲ ਜੁੜ ਗਿਆ, ਸੱਚ ਕੀ ਹੈ? ਸੱਚ ਹੈ ਪਰਮੇਸ਼ਵਰ। ਪਰਮੇਸ਼ਵਰ ਦੇ ਨਾਲ ਜੁੜ ਕੇ ਤੇਰਾ ਪਾਰ ਉਤਾਰਾ ਹੋਣਾ ਹੈ। ਮਾਰਨ ਪਾਹੇ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਮਾਰਨ ਪਾਹੇ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਜਗਤ ਗੁਰੂ ਬਾਬਾ ਕਹਿੰਦਾ ਏ, ਓਏ ਬੰਦਿਆ, ਜੇ ਤੂੰ ਕੋਈ ਹਰਾਮ ਦੀ ਚੀਜ਼ ਲੈ ਆਇਆ, ਮੰਨ ਲਓ ਗੁਆਂਢੀਆਂ ਦਾ ਬੱਕਰਾ ਤੁਰਿਆ ਫਿਰਦਾ, ਚੋਰੀ ਛਪੋਰੀ ਉਹ ਬੱਕਰੇ ਨੂੰ ਫੜ ਲਿਆਂਦਾ ਤੇ ਬਾਹਰ ਪੈਲੀ ਵਿੱਚ ਫਾਰਮ ਤੇ ਲੈ ਗਿਆ। ਉੱਥੇ ਜਾ ਕੇ ਉਸ ਨੂੰ ਜ਼ਿਬਾ ਕੀਤਾ, ਹਲਾਲ ਕੀਤਾ। ਹਲਾਲ ਕਰਕੇ ਫਿਰ ਉਸ ਦੇ ਵਿੱਚ ਮਾਰਨ ਦਾ ਅਰਥ ਹੁੰਦਾ ਮਸਾਲੇ। ਉਹਦੇ ਵਿੱਚ ਮਸਾਲੇ ਪਾਏ, ਕਾਲੀਆਂ ਮਿਰਚਾਂ ਪਾਈਆਂ, ਜੀਰਾ ਪਾਇਆ, ਧਨੀਆ ਪਾਇਆ, ਵਿੱਚ ਉਹਦੇ ਲੌਂਗ ਪਾਏ, ਨਿੱਕੀ ਇਲਾਇਚੀ ਪਾਈ, ਦਾਲਚੀਨੀ ਪਾਈ, ਫਿਰ ਉਹਦੇ ਵਿੱਚ ਪਿਆਜ਼ ਪਾਇਆ, ਟਮਾਟਰ ਪਾਇਆ, ਹਰੀਆਂ ਮਿਰਚਾਂ ਪਾਈਆਂ, ਅਦਰਕ ਪਾਇਆ, ਲਸਣ ਪਾਇਆ, ਬੜੇ ਮਸਾਲੇ ਪਾਏ। ਉਹ ਮਸਾਲੇ ਪਾਉਣ ਦੇ ਨਾਲ ਉਹ ਸਵਾਦਿਸ਼ਟ ਤੇ ਬਣ ਗਿਆ, ਤਿੱਖਾ ਤੇ ਬਣ ਗਿਆ, ਕਰਾਰਾ ਤੇ ਬਣ ਗਿਆ। ਪਰ ਉਹ ਜਿਹੜਾ ਤੂੰ ਗੁਆਂਢੀਆਂ ਦਾ ਚੁੱਕ ਕੇ ਲਿਆਂਦਾ ਹਰਾਮ ਦਾ ਹੈ, ਉਹ ਤੇਰਾ ਹੱਕ ਨਹੀਂ। ਮਾਰਨ ਪਾਹੇ ਹਰਾਮ, ਹਰਾਮ ਦੇ ਮਾਲ ਵਿੱਚ ਮਸਾਲੇ ਪਾਏ, ਉਹਦੇ ਨਾਲ ਤਿੱਖਾ ਬਣ ਗਿਆ, ਸਵਾਦਿਸ਼ਟ ਬਣ ਗਿਆ, ਪਰ ਹਲਾਲ ਦਾ ਨਹੀਂ ਬਣਦਾ। ਮਾਰਨ ਪਾਹੇ ਹਰਾਮ ਹੋਏ ਹਲਾਲ ਨਾ ਜਾਏ। ਹਲਾਲ ਦਾ ਨਹੀਂ ਬਣਨਾ, ਹਰਾਮ ਦਾ ਹੀ ਰਹਿਣਾ। ਜਿੰਨੇ ਮਰਜ਼ੀ ਮਸਾਲੇ ਪਾ ਕੇ ਬਣਾ ਲੈ, ਜੇ ਤੂੰ ਹਰਾਮ ਦਾ ਕੁਝ ਲਿਆਂਦਾ ਕਿਸੇ ਦਾ ਚੁੱਕ ਕੇ ਚੋਰੀ ਛਪੋਰੀ, ਤੇ ਉਹ ਸਮਾਨ ਤੇਰਾ ਹਲਾਲ ਦਾ ਨਹੀਂ ਬਣਨਾ। ਜੋ ਕੁਝ ਮਰਜ਼ੀ ਉਹਦੇ ਵਿੱਚ ਪਾ ਕੇ ਉਹਨੂੰ ਬਣਾਉਂਦਾ ਹੈ। ਨਾਨਕ ਗਲੀ ਕੂਣੀ, ਕੂੜੋ ਪੱਲੇ ਪਾਏ। ਜੇ ਤੂੰ ਸਭ ਕੁਝ ਕੂੜ ਝੂਠ ਦੇ ਨਾਲ ਜੁੜਿਆ ਹੋਇਆ, ਤੇਰੇ ਪੱਲੇ ਵੀ ਕੂੜ ਹੀ ਰਹਿਣਾ। ਝੂਠ ਦੇ ਨਾਲ, ਕੂੜ ਦੇ ਨਾਲ ਜੁੜ ਜਾਣ ਦੇ ਨਾਲ ਤੇਰਾ ਪਾਰ ਉਤਾਰਾ ਨਹੀਂ ਹੋਣਾ। ਜਗਤ ਗੁਰੂ ਬਾਬਾ ਜੀ ਇੱਕ ਕਾਜੀ, ਇੱਕ ਮੁਸਲਮਾਨ ਵੀਰ ਨੂੰ ਇਹ ਉਪਦੇਸ਼ ਦੇ ਰਹੇ ਨੇ। ਹੁਣ ਅੱਗੇ ਜਗਤ ਗੁਰੂ ਬਾਬਾ ਜੀ ਅਗਲੇ ਸ਼ਲੋਕ ਦੇ ਅੰਦਰ ਮੁਸਲਮਾਨ ਵੀਰ ਨੂੰ ਨਿਵਾਜ਼ਾਂ ਦੇ ਮੁਤਾਬਕ ਦੱਸਦੇ ਨੇ, ਕੀ ਉਪਦੇਸ਼ ਦਿੰਦੇ ਨੇ। ਇਹਦਾ ਆਪਾਂ ਵਿਚਾਰ ਅਗਲੇ
ਦੀਵਾਨ ਦੇ ਅੰਦਰ ਕਰਾਂਗੇ। ਇਤਨੇ ਕੁ ਲਫ਼ਜ਼ ਇਤਨੇ ਕੁ ਸ਼ਬਦ ਆਪ ਜੀ ਨੇ ਕਬੂਲ ਕਰ ਲੈਣੇ। ਤੁਸ਼ ਬੁੱਧੀ ਅਨੁਸਾਰ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਦੇਣੀ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।